डॉक्टर साहब उन्हें दवाई दो और दवाई देने के 2 समय सुबह 2 दोपहर 2 शाम माइक च क्या ते 3 टाइम तुसी ना 3 दिन खानी 3 टाइम 3 दिन खानी है दवाई 2 सुबह 2 शाम 2 दोपहर कहना भाई दवाई रख लो मेरे को इन्हें समझ नहीं गई। दूसरा चेयरमैन हो गया है भाई, दूसरा चेयरमैन हो गया तो मीटिंग आ गई है तो चौधरी उत्थे मुख्तलिफ आए तो सारे मुच्छां नूं वड्डदे ते खुसरा पर वड्डियां नूं वड्डदी हाँ जी शब्द ढाड़ी होंदा है काला काला सूट बाग ने चोरी कर चल जांदा ते कंध डाई मारदा ते अगे भी सारे या नहीं मतलब बड़े जांदा ना ਉਹਨੂੰ ਪੜ ਲੇਗਾ ਜਾਂ ਆਈ बहुत अच्छे। हाँ जी खासा घर है भाई, खासा घर है ते अपने जांदे बुढ़ी की कहन लग पई आज तुसीं सुबह निकले ही हले मैं इन्ने कपड़े धोते बच्चों नूं तैयार किया फलाना आ गया रोटी पकाई मेरियां बाहां थक गईयां ते मैनूं हुण कुट्टो ते पहले सज्जी बांह कुटदा फिर खब्बी बांह कुटना तीन देर नूं बुढ़ी दी दोस्त आई कहंदी नहीं है कौन है कहती है कौन कहता मेरा मसाजी खुदा है मसाजी खुदा हाँ भाई बात बाहरों आंदा ते घर आंदे भी मेरा पुत्तर आया कहंदा भी मकान ढा दिओ आप डांडा ढा दिओ ऐ सब कुछ ढा दिओ कहंदा पुत्त की लै कहंदा मैं नक्शा लै गया ओए कौन दिन वाला दे इनविटेशन कौन दिन वाला ਮਾਮੂ ਵਾਲੇ ਕਹਿੰਦਾ ਵਿਆਹ ਹੋ ਜਾਂਦਾ अच्छा ओए मुकाबले ਦਾ इनविटेशन सुन के ਮਾਮੂ ਵਾਲੇ ਕਹਿੰਦਾ ਵਿਆਹ ਹੋ ਜਾਂਦਾ अच्छा ਤੇ ਨਵਾਂ ਮਕਾਨ ਲੈ ਲੈਂਦਾ ਤੇ ਉਹ ਗੋਂ ਨਾਲ ਆਓ ਜੀ ਸਾਰੇ ਦਲਵਾ ਮਕਾਨ ਵਹਾਵਾ ਸਾਰੇ ਹਲੇ ਲਫਾਓ ਜੀ ਜੀ ਇਹ ਵਾਸ਼ਰੂਮ ਹੈ ਇਹ ਕਿਚਨ ਹੈ समझो सारे ਇਹ ਟੀਵੀ ਲੌਂਜ ਹੈ ਆਸ ਦਾ ਬੈਡਰੂਮ ਦੇ ਨੇ ਮਾਮੂ ਦੇ ਨਾਲ ਬੁੱਢੀ ਦੇ ਨਾਲ ਕੋਈ ਬੰਦਾ ਪਿਆ ਹੁੰਦਾ ਕਹਿੰਦਾ ਇਹ ਮੇਰੀ ਬੁੱਢੀ ਤੇ ਮੈਂ ਖੁਸਰਾ ਜਿੰਨ ਆ ਜਾਂਦਾ ਤੇ ਹੁਣ ਉਹ ਆਲਮ ਕੋ ਜਾਂਦਾ ਹੈ ਜਿੰਨ ਕਢਾਉਣ ਵਾਸਤੇ ਜਾ ਕੇ ਕਹਿੰਦਾ ਭਾਜੀ ਮੈਂ ਬੜਾ ਪਰੇਸ਼ਾਨ ਜਿੰਨ ਕੱਢ ਦਿਓ ਬਾਹਰ ਤੇ ਅੱਗੋਂ ਜਿੰਨ ਦੀ ਆਵਾਜ਼ ਅੰਦਰੋਂ ਆਏ ਉਧਰ ਫੋਨ ਦੇ ਤੁਹਾਡੀ ਮਿਹਰਬਾਨੀ ਮੈਨੂੰ ਇੱਥੋਂ ਕੱਢੋ ਬਾਹਰ ਜਲਦੀ ਜਲਦੀ ਕਹਿੰਦਾ ਇਹਦੀ ਤੇ ਮੈਨੂੰ ਸਮਝ ਆ ਰਹੀ ਕਿ ਬਾਹਰ ਕਢਾਉਣਾ ਚਾਹ ਰਿਹਾ ਉਹ ਯਾਰ ਤੂੰ ਕਦੋਂ ਕਹਿ ਰਿਹਾ ਮੈਂ ਬਾਹਰ ਨਿਕਲਾਂ ਕਹਿੰਦਾ ਜਦੋਂ ਮੈਂ ਇਹਦੇ ਚ ਆਇਆ ਜਦੋਂ ਦਾ ਉਦੋਂ ਦਾ ਮੇਰਾ ਲੱਕ ਪੀੜ ਨਹੀਂ ਹਟਿਆ ਇਹਨੇ ਸ਼ਾਦੀ ਕੀਤੀ ਤੇ ਹੁਣ ਮਕਾਨ ਬਹੁਤ ਉਤਰੀ ਮੰਜ਼ਲ ਤੇ ਚੌਥੀ ਮੰਜ਼ਲ ਤੇ ਚੱਲੀ ਨਾ ਥੱਲੇ ਆਇਆ ਭੁੱਲ ਗਿਆ ਵੀ ਹੁਣ ਘੜੀ ਵੀ ਨਹੀਂ ਹੈਗੀ ਰੁਮਾਲ ਵੀ ਕਹਿੰਦਾ ਬੇਗਮ ਇਹ ਘੜੀ ਤੇ ਰੁਮਾਲ ਰਹਿ ਗਿਆ ਕਹਿੰਦੀ ਅੱਛਾ ਉਹਨੇ ਵੀ ਉੱਤੋਂ ਸੁੱਟਿਆ ਘੜੀ ਸੁੱਟੀ ਤੇ ਡਿੱਗ ਪਈ ਟੁੱਟ ਗਈ ਕਹਿੰਦਾ ਰੁਮਾਲ ਮੈਂ ਉੱਤੇ ਅਗ ਲੈਣਾ ਇੱਥੇ ਇੱਕ ਤੁਸੀਂ ਜਿਹੜਾ ਕੁੜੇ ਪਾੜ ਹਾਂ ਸਾਨੂੰ ਸਾਈ ਆ ਗਈ ਵਾਜੇ ਦੀ अच्छा जी ਤੇ ਉਹਨੇ ਕਿਹਾ ਤੁਹਾਨੂੰ ਦੱਸਾਂਗਾ ਜਾ ਕੇ ਕਿਦੋਂ ਜਾਣਾ ਹਾਂ ਸਾਨੂੰ ਉਹਨੇ ਫੋਨ ਕਰਤਾ 10 ਵਜੇ ਮਰ ਤੁਸੀਂ ਆ ਜਾਓ ਕੀ ਐਡਵਾਂਸ ਵੀ ਨਾ ਪੜ ਲਿਆ ਕਿਥੋਂ ਆ ਕਰਨਾ ਸਾਰਾ ਖਾਦਾ ਕੇ ਕਰਨਾ ਕੀ ਉਹਨੇ ਕਿਹਾ ਯਾਰ ਇੰਜ ਕਰੋ ਰੋਜ਼ੀ ਦੀ ਕਮਾਣੀ ਨੰਗੇ ਪੈਰੀ ਵਾਜਾ ਜਾ ਉਹਨੇ ਨਾ ਖੀਰ ਪਕਾਈ ਹੁੰਦੀ ਤੇ ਉਹਨੂੰ ਛੋਟੇ ਨੂੰ ਪੁੱਛ ਹੀ ਨਹੀਂ ਰਿਹਾ ਖੀਰ ਦਾ ਤੇ ਉਹਦਾ ਬਹੁਤ ਦਿਲ ਕਰ ਰਿਹਾ ਖੀਰ ਖਾਣ ਨੂੰ ਤੇ ਉਹਨੂੰ ਖੀਰ ਦੀ ਸੁਲਾ ਹੀ ਨਹੀਂ ਮਾਰ ਰਿਹਾ ਤੇ ਵੱਡਾ ਭਰਾ ਕਹਿੰਦਾ ਸੁਣਿਆ ਯਾਰ ਤੇਰੇ ਘਰ ਕੱਲ ਚੋਰੀ ਹੋ ਗਈ ਕਹਿੰਦਾ ਹਾਂਜੀ ਬਸ ਫੜ ਕੇ ਸਮਾਨ ਚੋਰ ਜਿਹੜੇ ਨਾਲ ਲੈ ਕੇ ਜਾ ਰਹੇ ਸੀ ਤੇ ਮੈਂ ਉਹਨਾਂ ਨੂੰ ਫੜ ਨਹੀਂ ਸਕਿਆ ਬਸ ਥੋੜਾ ਜਿਹਾ ਵਾਇਆ ਰਹਿ ਗਿਆ ਸੀ ਕਹਿੰਦੇ ਕਿੰਨਾ ਕੁ ਵਾਇਆ ਸੀ ਕਹਿੰਦਾ ਜਿੰਨੀ ਇੱਥੋਂ ਖੀਰ ਪਈ ਆਜ਼ਾ ਮੁਖਤਲਿਫ ਮੀਟਿੰਗਾਂ ਜਾਂਦਾ ਮੁੰਦਰੀ ਵਿਖਾਣ ਤੇ ਕੋਈ ਨਹੀਂ ਵੇਖਦਾ ਤੇ ਅੱਕ ਕੇ ਘਰ ਆ ਕੇ ਅੱਗ ਲਾ ਦਿੰਦਾ ਪੂਰੇ ਘਰ ਨੂੰ ਤੇ ਜਿਹੜਾ ਆਂਦਾ ਖਾਨ ਸਾਹਿਬ ਕੀ ਬੱਚੇ ਕਹਿੰਦਾ ਬਸ ਇਹ ਮੁੰਦਰੀ ਬੱਚੀ ਅੱਛਾ ਤਰੀਕਾ ਚੌਧਰੀ ਐਲਾਨ ਕਰ ਦਿੰਦਾ ਵੀ ਜਿਹੜਾ ਨਮਾਜ਼ ਪੜ੍ਹੇਗਾ ਉਹਨੂੰ ਇੱਕ ਤੋੜਾ ਆਟੇ ਦਾ। ਖਾਨ ਸਾਹਿਬ ਉਧਰੋਂ ਲੰਘਦਾ ਨਮਾਜ਼ ਪੜ੍ਹ ਕੇ ਤੋੜਾ ਲੈ ਘਰ। ਕਹਿੰਦਾ ਬਸ ਇਹ ਮੁੰਦਰੀ ਬੱਚੀ। ਚੌਧਰੀ ਐਲਾਨ ਕਰ ਦਿੰਦਾ ਵੀ ਜਿਹੜਾ ਨਮਾਜ਼ ਪੜ੍ਹੇਗਾ ਉਹਨੂੰ ਇੱਕ ਤੋੜਾ ਆਟੇ ਦਾ। ਖਾਨ ਸਾਹਿਬ ਉਧਰੋਂ ਲੰਘਦਾ ਨਮਾਜ਼ ਪੜ੍ਹ ਕੇ ਤੋੜਾ ਲੈ ਘਰ। ਕਹਿੰਦਾ ਬਸ ਇਹ ਮੁੰਦਰੀ ਬੱਚੀ। ਚੌਧਰੀ ਐਲਾਨ ਕਰ ਦਿੰਦਾ ਵੀ ਜਿਹੜਾ ਨਮਾਜ਼ ਪੜ੍ਹੇਗਾ ਉਹਨੂੰ ਇੱਕ ਤੋੜਾ ਆਟੇ ਦਾ।
ਬਾਦਸ਼ਾਹ ਕਿਸੇ ਨੂੰ ਨਹੀਂ ਲੰਘਣ ਦਿੰਦਾ ਉਤੋਂ। ਤੋੜਾ ਲੈ ਕੇ ਤੇ ਘਰ ਇੱਕ ਬੰਦਾ ਕਹਿੰਦਾ ਚੋਲ ਸਾਹਿਬ ਇਹਨੂੰ ਪੁੱਛੋ ਵਜ਼ੂ ਵੀ ਕਰਦਾ। ਪਾ ਕਹਿੰਦਾ ਵੇ ਚੋਲ ਸਾਹਿਬ ਪੁੱਛ ਰਹੇ ਵਜ਼ੂ ਵੀ ਕਰਨਾ? ਕਹਿੰਦਾ ਵਜ਼ੂ ਤੇ ਕਿੰਨੇ ਨੇ? ਵਜ਼ੂ ਤੇ ਕਿੰਨੇ ਤੋੜੇ? ਬਾਦਸ਼ਾਹ ਦਾ ਐਲਾਨ ਕਰ ਦਿੰਦਾ, ਕਹਿੰਦਾ ਜਿਹੜਾ ਸਭ ਤੋਂ ਨਫੀਸ ਹੋਏਗਾ ਨਾ ਇਲਾਕੇ 'ਚ ਉਹਦਾ ਮੈਂ ਆਪਣੀ ਬੇਟੀ ਦੇ ਨਾਲ ਸ਼ਾਦੀ ਕਰਾਂਗਾ। ਤੇ ਹੁਣ ਨਫੀਸ ਦੀ ਲਾਈਨ ਲੱਗ ਜਾਂਦੀ, ਜਿੰਨੇ ਉੱਥੇ ਨਫੀਸ ਹੁੰਦੇ ਉਹ ਬਾਦਸ਼ਾਹ ਨੂੰ ਪਹਿਲੇ ਨੂੰ ਬੁਲਾਉਂਦਾ, ਕਹਿੰਦਾ ਹਾਂ ਬਈ ਤੂੰ ਕਿੰਨਾ ਕੁ ਨਫੀਸ ਹੈ? ਕਹਿੰਦਾ ਮੈਂ ਇੰਨਾ ਨਫੀਸ ਹਾਂ ਮੈਂ ਕੰਮ ਤੇ ਨਹੀਂ ਗਿਆ ਕਦੀ। ਬਾਦਸ਼ਾਹ ਕਹਿੰਦਾ ਤੂੰ ਫਾਰਗ ਹੈ। ਦੂਸਰੇ ਨੂੰ ਕਹਿੰਦਾ ਤੂੰ ਕਿੰਨਾ ਨਫੀਸ ਹੈ? ਉਹ ਕਹਿੰਦਾ ਮੈਂ ਇੰਨਾ ਕੁ ਨਫੀਸ ਹਾਂ ਮੈਂ ਕਦੀ ਪਾਣੀ ਆਪ ਨਹੀਂ ਪੀਤਾ। ਤੀਸਰੇ ਨੂੰ ਪੁੱਛਦਾ ਤੂੰ ਕਿੰਨਾ ਨਫੀਸ ਹੋ? ਕਹਿੰਦਾ ਮੈਂ ਕਦੀ ਰੋਟੀ ਆਪ ਨਹੀਂ ਪਾਈ। ਹੁਣ ਅੱਗੇ ਢਾੜੀ ਆਈ ਜਾਂਦਾ, ਉਹਨੂੰ ਬਾਦਸ਼ਾਹ ਕਹਿੰਦਾ ਤੂੰ ਇੱਧਰ ਆ। ਕਹਿੰਦਾ ਤੂੰ ਇੱਧਰ ਆਈ। ਸੇਵਨ ਤੇ ਬੜੀ ਜਿੱਦਤ ਨਾਲ ਗਿਆ, ਕੋਸ਼ਿਸ਼ ਕਰਕੇ ਬੰਦੇ ਚੀਰ ਕੇ ਤੇ ਸਰਕਾਰ ਦੇ ਰੋਦੇ ਤੇ ਪਹੁੰਚਿਆ, ਸਲਾਮ ਕੀਤਾ ਤੇ ਵਾਪਸ ਹੀ ਆਉਣ ਹੀ ਲੱਗਾ। ਗਲੇ 'ਚ ਪੈਸੇ ਪਾਉਣ ਲੱਗਾ ਤੇ ਪੈਸੇ ਪਾਉਣ ਕਹਿ ਕੇ ਰਿਹਾ, ਸ਼ਾਹਬਾਜ਼ ਕਰੇ ਪਰਵਾਰ ਤੇ ਜਾਣੇ ਰਾਜ ਦਿਲਾ ਜੂੰਦੇ ਰੇ ਤੇ ਲਾਲ ਕਲੰਦਰ ਬਾਹਰ ਬਣਾ। ਨਦੇ ਖਾਨ ਸਾਹਿਬ ਉੱਥੇ ਬਦੋਮਲੀ ਗਏ ਨਾ ਤੇ ਉੱਥੇ ਜੁਗਤਾਂ ਹੋ ਰਹੀਆਂ ਤੇ ਉਹਨਾਂ ਨੇ ਕੋਈ ਵਿੱਚ ਜੁਗਤ ਮਾਰੀ ਨੱਥੇ ਖਾਨ ਸਾਹਿਬ ਨੇ। ਤੇ ਉੱਥੇ ਇੱਕ ਬੰਦਾ ਕਹਿੰਦਾ ਵੀ ਬਾਹਰੋਂ ਨਾ ਕੋਈ ਬੋਲੇ, ਕਹਿੰਦਾ ਜੀ ਜੁਗਤਾਂ ਗਵਰਨਮੈਂਟ ਕਰਾ ਰਹੀ। ਵਾਪਸ ਦੇ ਦੋ। ਮਾਮੂ ਨੇ ਗੁੱਡਾ ਡਾਇਆ, ਬਹੁਤ ਵੱਡਾ ਡਾਲਿਆ। ਗੁੱਡਾ ਇੰਨਾ ਉੱਡ ਗਿਆ ਕਿ ਆ ਵੀ ਨਾਲ ਉੱਡ ਗਏ ਤੇ ਇਸਲਾਮਾਬਾਦ ਲੱਦ ਕੇ ਤੇ ਉੱਥੇ ਬੰਦੇ ਨੇ ਪੁੱਛਦੇ ਫਿਰਦੇ ਤੇ ਇਹ 'ਚ ਪੈਸੇ ਕੋਈ ਨਹੀਂ। ਕਹਿੰਦਾ ਦਲੋਰ ਦੇ ਗੁੱਡੇ ਕਿ ਤੋੜਦੇ ਨੇ। ਇੱਕ ਨਸ਼ਈ ਹੁੰਦਾ ਹੈ ਤੇ ਕਹਿੰਦਾ ਯਾਰ ਇਹ ਜਿਹਾ ਮਨਾਰੇ ਪਾਕਿਸਤਾਨ ਨਾਲ ਧੱਕਾ ਲਾ ਕੇ ਅੱਗੇ ਲੈ ਜਾਣਾ, ਧੱਕਾ ਲਾ ਕੇ ਅੱਗੇ ਲੈ ਜਾਣਾ। ਉਹ ਬੜਾ ਨਾ ਕੀਮਤਮੰਦ ਵੀ ਮਨਾਰੇ ਪਾਕਿਸਤਾਨ ਜੁੱਤੀ ਲਾ ਕੇ ਨਾ ਲੱਗਾ ਇਹਨੂੰ ਵੀ ਮੈਂ ਇਹਨੂੰ ਅੱਗੇ ਲੈ ਜਾਣਾ, ਅੱਗੇ ਲੈ ਜਾਣਾ। ਪਿੱਛੇ ਜੁੱਤੀ ਚੁੱਕ ਕੇ ਲੈ ਜਾਂਦਾ ਕੋਈ। ਵਾਪਸ ਆ ਕਹਿੰਦਾ ਯਾਰ ਜੁੱਤੀ ਕਿੱਥੇ ਗਈ? ਯਾਰ ਮੈਂ ਤਾਂ ਲੱਗਦਾ ਬੜਾ ਅੱਗੇ ਲੈ ਆਇਆ ਇਹਨੂੰ। ਬੰਦੇ ਦੀ ਬਾਂਹ ਨਹੀਂ ਤੇ ਹੁਣ ਉਹ ਕਹਿੰਦਾ ਕਿ ਮੈਂ ਮਨਾਰੇ ਪਾਕਿਸਤਾਨ ਚੜ੍ਹ ਗਿਆ, ਖੁਦਕੁਸ਼ੀ ਕਰ ਲੈਣੀ। ਬੜੀ ਕੋਸ਼ਿਸ਼ ਨਾਲ ਗਿਆ ਉੱਤੇ, ਬੜੇ ਜਦ ਮੈਂ ਕਈਆਂ ਨੇ ਰੋਕਿਆ ਵੀ ਕਿ ਯਾਰ ਕੀ ਕਰਦਾ ਮੈਂ? ਕਹਿੰਦਾ ਨਹੀਂ ਮੈਂ ਖੁਦਕੁਸ਼ੀ ਕਰਦਾ। ਉੱਤੇ ਚੜਿਆ, ਖੁਦਕੁਸ਼ੀ ਕਰਨ ਥੱਲੇ ਵੇਖਿਆ ਤੇ ਬੰਦੇ ਦੀਆਂ ਦੋਵੇਂ ਬਾਹਾਂ ਨਹੀਂ ਸੀ ਤੇ ਪੁੱਟ ਗੰਡਿਆ ਥੱਲੇ ਆਇਆ ਭੱਜ ਕੇ। ਕਹਿੰਦਾ ਯਾਰ ਮੇਰੀ ਇੱਕ ਬਾਂਹ ਨਹੀਂ, ਮੈਂ ਨਾ ਤੰਗ ਆ, ਤੇਰੀ ਦੋਵੇਂ ਨਹੀਂ ਗਏ, ਤੂੰ ਧਮਾਲਾ ਪਾਣਾ। ਕਹਿੰਦਾ ਕੁੜੀ ਜੀ ਮੇਰੀ ਪਿੱਠ 'ਚ ਕਰ ਜੋ। ਜਦੋਂ ਚਿੱਟਾ ਸੂਟ ਪਾਉਂਦਾ ਬਾਰਿਸ਼ ਹੋਣਾ ਪੈਂਦਾ, ਉਹਨੇ ਹੁਣ ਸ਼ਾਦੀ 'ਤੇ ਜਾਣਾ ਫੈਸਲਾ ਤਾਂ ਉਹ ਅੰਦਰ ਜਾਂਦਾ, ਕਹਿੰਦਾ ਅੱਜ ਨਾ ਕਰਨੇ ਕੋਈ, ਮੇਰਾ ਤੇ ਕੰਮ ਖਰਾਬ ਹੋ ਜਾਣਾ, ਜਾਣਾ ਪੈਣਾ। ਉਹ ਚਿੱਟੇ ਸੂਟ ਜਾ ਕੇ ਹੱਥ ਪਾਉਂਦਾ, ਪਾਲਰ ਖਜਣਾ ਪੈਣਾ। ਕਹਿੰਦਾ ਉੱਥੇ ਜਾ ਕੇ ਪਾਣਾ, ਉੱਥੇ ਜਾ ਕੇ। ਉਹਨੇ ਪਿੰਡ 'ਚ ਐਲਾਨ ਕਰਾਤਾ ਮੇਰੇ ਮੁਰਸ਼ਦ ਆਏ ਨੇ, ਸੈयद ਬਾਦਸ਼ਾਹ ਆਏ ਨੇ ਮੇਰੇ ਘਰ। ਤੂੰ ਜਨਾਬ ਉਹ ਆ ਕੇ ਤੇ ਬੜਾ ਸੋਹਣੀ ਮਸਨਦ ਤੇ ਭਾਇਆ ਹੁੰਦਾ ਸ਼ਾਹ ਹੋਣਾ ਨੇ। ਤੇ ਹੁਣ ਉਹ ਕੀ ਕਰਦਾ, ਐਲਾਨ ਕਰਾ ਦਿੰਦਾ ਤੇ ਜਿਹੜਾ ਆਂਦਾ ਨਾ ਕਹਿੰਦਾ ਯਾਰ ਸੁਣਿਆ ਸੈयद ਨੂੰ ਅੱਗ ਨਹੀਂ ਲੱਗਦੀ, ਅੱਗ ਨਹੀਂ ਲੱਗਦੀ। ਤੇ ਉਹ ਕੀ ਕਰਦੇ ਨੇ, ਐਡੀ ਐਡੀ ਲੱਕੜ ਚੁੱਕੀ ਲਿਆ, ਕੋਈ ਮੋਢੇ ਤੇ ਕੋਈ ਧਰੂ ਕੇ, ਤੇ ਹੁਣ ਸਾਹਮਣੇ ਬੈਠਾ ਹੈ ਉਹ ਸਾਹਮਣੇ ਬੈਠਾ ਬਿਲਕੁਲ। ਕਹਿੰਦਾ ਯਾਰ ਕੀ ਚੁੱਕੀ ਲਿਆਂਦੇ? ਕਹਿੰਦਾ ਮੈਂ ਮੁਰਸ਼ਦ ਤੁਹਾਡਾ ਐਲਾਨ ਕਰਾਇਆ। ਤੇ ਉਹ ਸਾਰੇ ਕਹਿੰਦੇ ਸੈयद ਨੂੰ ਅੱਗ ਨਹੀਂ ਲੱਗਦੀ, ਉੱਤੇ ਲੱਕੜਾਂ ਚੁੱਕੀ ਲਿਆਣ ਦੇ ਨੇ। ਕਹਿੰਦਾ ਓਏ ਪੁੱਤ ਧਿਆਨ ਨਾਲ, ਮੈਂ ਕੁਛ 1 ਮਹੀਨੇ ਵਿੱਚ ਵੱਜ ਜਾਏ ਵਿਚਾਰੇ।